Good morning, students. Now let us discuss the questions. We had discussed them in my previous lecture also, but now let us have a look at them again. So, question number one: strike, strike at the root of penury. So, this was in the uh, very beginning of the poem. Strike, strike at the root of penury in my heart. So, the question was about the image that this line suggests. So image, as we discussed earlier also, image ਦਾ ਮਤਲਬ ਕੀ ਹੁੰਦਾ ਤਸਵੀਰ. ਸੋ ਕਿਹੜੀ ਤਸਵੀਰ ਤੁਹਾਡੀ ਅੱਖਾਂ ਦੇ ਸਾਹਮਣੇ ਆਉਂਦੀ ਹੈ when you have a look at this line. So what image comes before your eyes? The image of a woodcutter. ਮਤਲਬ ਤੁਹਾਡੇ ਅੱਖਾਂ ਸਾਹਮਣੇ ਕਿਹੜੀ ਤਸਵੀਰ ਆਉਂਦੀ ਹੈ? ਇੱਕ ਲੱਕੜਹਾਰੇ ਦੀ ਜਿਹੜਾ ਕਿ ਪੂਰੇ ਜ਼ੋਰ ਨਾਲ ਕੀ ਕਰ ਰਿਹਾ ਹੈ, ਪੇੜ ਨੂੰ ਜੜ ਤੋਂ ਮੁਕਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਇੱਥੇ ਵੀ ਉਹ ਕੀ ਕਹਿ ਰਿਹਾ ਕਿ ਮੇਰੀ ਦਿਲ ਦੀ ਗਰੀਬੀ ਨੂੰ ਤੁਸੀਂ ਜੜੋਂ ਮੁਕਾ ਦਿਓ। ਨੈਕਸਟ ਦੇਖੋ, what kind of poverty does the poet refer to? ਸੋ ਇਹਦੇ ਵਿੱਚ ਉਹ ਗਰੀਬੀ ਦੀ ਗੱਲ ਕਰ ਰਿਹਾ ਹੈ। ਇਸ ਹੁਣ ਇਹਦੇ ਵਿੱਚ ਕਿੱਥੇ ਗਰੀਬੀ ਦੀ ਗੱਲ ਕਰ ਰਿਹਾ? ਇਨ ਦਾ ਵੈਰੀ ਸੈਕਿੰਡ ਲਾਈਨ। ਸੋ ਦੇਖੋ, ਪੈਨਿਓਰੀ ਦਾ ਮਤਲਬ ਹੀ ਕੀ ਹੁੰਦਾ? ਪਾਵਰਟੀ। ਸੋ ਹੀਅਰ ਹੀ ਇਜ਼ ਰੈਫਰਿੰਗ ਟੂ not any other poverty but only the spiritual poverty। ਨਾ ਤਾਂ ਉਹ ਪੈਸਿਆਂ ਦੀ ਕਮੀ ਦੀ ਗੱਲ ਕਰ ਰਿਹਾ ਹੈ, ਨਾ ਹੋਰ ਕਿਸੇ ਵੀ ਕਮੀ ਦੀ ਗੱਲ ਨਹੀਂ ਕਰ ਰਿਹਾ। ਉਹ ਕੀ ਕਹਿ ਰਿਹਾ ਕਿ ਮੇਰੇ ਵੀ ਜਿਹੜੀ ਆਤਮਿਕ ਦੁਰਬਲਤਾ ਹੈ, ਆਤਮਿਕ ਗਰੀਬੀ ਹੈ, ਹੀ ਇਜ਼ ਟਾਕਿੰਗ ਅਬਾਊਟ ਦੈਟ। ਸੋ ਸਟ੍ਰਾਈਕ, ਸਟ੍ਰਾਈਕ ਐਟ ਦ ਰੂਟ ਆਫ ਪੈਨਿਓਰੀ ਇਨ ਮਾਈ ਹਾਰਟ, ਕਿ ਜਿਹੜੇ ਮੇਰੇ ਮਨ ਦੀ ਗਰੀਬੀ ਹੈ ਕਾਹਦੇ ਕਰਕੇ ਹੈ? ਬਿਕੋਜ਼ ਆਫ ਮਾਈ ਨੈਰੋ ਥਿੰਕਿੰਗ, ਬਿਕੋਜ਼ ਆਫ ਮਾਈ ਮੀਨਨੈਸ। ਮੀਨਨੈਸ ਦਾ ਮਤਲਬ ਵੀ ਕੀ ਹੈ? ਜਦੋਂ ਤੁਸੀਂ ਸਿਰਫ ਆਪਣੇ ਬਾਰੇ ਸੋਚਦੇ ਹੋ। ਨੈਰੋ ਥਿੰਕਿੰਗ ਦਾ ਵੀ ਇਹੀ ਮਤਲਬ ਹੈ। ਸੋ ਹੀ ਵਾਂਟਸ ਟੂ ਗੈਟ ਰਿਡ ਆਫ ਦੈਟ। ਨੈਕਸਟ ਦੇਖੋ ਫਟਾਫਟ, ਵਾਈ ਡਜ਼ ਦ ਪੋਇਟ ਸੌਰੀ ਦੇਖੋ ਇੱਥੋਂ ਕੁਐਸਚਨ ਨੰਬਰ 3, ਐਕਸਪਲੇਨ ਹਾਊ ਲਵ ਕੁਡ ਬਿਕਮ ਫਰੂਟਫੁਲ ਇਨ ਸਰਵਿਸ। ਸੋ ਇਹ ਕਿੱਥੇ ਸੀਗਾ ਤੁਹਾਡੀ ਇਹ ਵਾਲੀਆਂ ਲਾਈਨਸ? give me the strength to make my love fruitful in service. So how can love become fruitful in service? If you express your love through service to others. For example, ਜਿੱਦਾਂ parents ਦੀ ਸੇਵਾ ਕਰੋਗੇ ਤਾਂ ਫਿਰ ਕੀ ਹੈ? Then your love may become fruitful in service. In the same way, how can you express your love for your fellow human beings? ਬਹੁਤ ਵਾਰੀ ਲੋਕ ਕੀ ਕਹਿੰਦੇ ਕਿ ਮੈਂ ਮਨੁੱਖਾਂ ਤੇ ਮੈਂ ਬਾਕੀ ਮਨੁੱਖਾਂ ਨੂੰ ਪਿਆਰ ਕਰਦਾ ਹਾਂ, ਪਰ ਤੁਸੀਂ ਕਿੱਦਾਂ ਉਹ ਦੱਸ ਸਕਦੇ ਹੋ? ਸੋ ਸਿੰਪਲ ਓਨਲੀ ਐਮਟੀ ਵਰਡਸ ਆਰ ਨਾਟ ਇਨਫ ਕਿ ਕਹੀ ਜਾਓ, ਉਹਦਾ ਕੋਈ ਫਾਇਦਾ ਨਹੀਂ ਹੈ। ਹਾਊ ਕੈਨ ਯੂ ਐਕਸਪ੍ਰੈਸ ਯੋਰ ਲਵ? ਬਾਏ ਸਰਵਿੰਗ ਅਦਰਸ। ਨੈਕਸਟ ਦੇਖੋ, ਵਾਟ ਆਰ ਦ ਓਨਲੀ ਟੂ ਥਿੰਗਸ ਦੈਟ ਦ ਪੋਇਟ ਡਜ਼ ਨਾਟ ਵਿਸ਼ ਟੂ ਡੂ। ਸੋ ਇਹਦੇ ਵਿੱਚ ਉਹਨੇ ਹਰ ਚੀਜ਼ ਕੀ ਕਹੀ ਹੈ ਕਿ ਮੈਨੂੰ ਇੰਨੀ ਸ਼ਕਤੀ ਦਿਓ ਕਿ ਮੈਂ ਕਰਾਂ। ਹਰ ਚੀਜ਼ ਦੇ ਵਿੱਚ ਉਹਨਾਂ ਨੇ ਕੀ ਮੰਗਿਆ? ਕੁਝ ਕਰਨ ਵਾਸਤੇ ਤਾਕਤ ਮੰਗੀ ਹੈ। ਦੇਖੋ ਸਾਰੀ ਪੋਇਮ ਦੇ ਵਿੱਚ, ਆਪਣੀ ਬੁੱਕ ਨੂੰ ਵੀ ਰੈਫਰ ਕਰੋ, ਦੇਖੋ ਸਾਰੀ ਪੋਇਮ ਦੇ ਵਿੱਚ ਉਹਨਾਂ ਨੇ ਕੀ ਕਿਹਾ ਹੈ ਕਿ ਮੈਨੂੰ ਇਹ ਤਾਕਤ ਦਿਓ ਕਿ ਮੈਂ ਇਹ ਕਰ ਸਕਾਂ, ਮੈਨੂੰ ਇਹ ਤਾਕਤ ਦਿਓ ਕਿ ਮੈਂ ਇਹ ਕਰ ਸਕਾਂ। ਸਿਰਫ ਦੋ ਚੀਜ਼ਾਂ ਉਹ ਕਹਿੰਦੇ ਆ ਕਿ ਮੈਂ ਨਹੀਂ ਕਰਨੀਆਂ ਚਾਹੁੰਦਾ। ਦੇਖੋ, what are the only two things that the poet does not wish to do? ਕਿਹੜੀਆਂ ਦੋ ਚੀਜ਼ਾਂ? ਦੇਖੋ ਕਿੱਥੇ ਆਏਗਾ ਇਹ? these are the line number 3 and line number 4। ਮਤਲਬ ਇੱਦਾਂ ਦੀ ਤਾਕਤ ਚਾਹੁੰਦੇ ਜਿਹੜੀਆਂ ਕਿ ਉਹਨਾਂ ਨੂੰ ਇਹ ਚੀਜ਼ਾਂ ਕਰਨ ਤੋਂ ਰੋਕ ਸਕੇ। ਸੋ ਕਿਹੜੀਆਂ ਉਹ ਚੀਜ਼ਾਂ? never to disown the poor। ਪਹਿਲੀ ਚੀਜ਼ ਉਹ ਕੀ ਚਾਹੁੰਦੇ ਹੈਗੇ ਕਿ ਕਦੀ ਵੀ ਗਰੀਬਾਂ ਤੋਂ ਦੂਰ ਨਾ ਹੋਣ, ਉਹਨਾਂ ਤੋਂ ਮੁੱਖ ਨਾ ਮੋੜਨ, ਮੂੰਹ ਨਾ ਮੋੜਨ। ਔਰ ਦੂਸਰੀ ਉਹ ਚੀਜ਼ ਕੀ ਚਾਹੁੰਦੇ? ਟੂ ਸਬਮਿਟ ਬਿਫੋਰ ਦ ਮਾਈਟ ਆਫ ਦ ਰਿਚ ਪੀਪਲ। ਸੋ ਕਈ ਵਾਰੀ ਅਸੀਂ ਘਬਰਾ ਜਾਂਦੇ ਹਾਂ ਕਿ ਫਲਾਨਾ ਜਿਹੜਾ ਉਹ ਵਿਅਕਤੀ ਕੀ ਹੈ, ਹੀ ਇਜ਼ ਵੈਰੀ ਰਿਚ ਐਂਡ ਹੀ ਇਜ਼ ਵੈਰੀ ਮਾਈਟੀ ਆਲਸੋ। ਮਾਈਟੀ ਦਾ ਮਤਲਬ ਕਿ ਤਾਕਤਵਰ ਹੈ, ਕਿ ਉਹਦੀ ਬਹੁਤ ਪਹਿਚਾਣ ਦੂਰ ਤੱਕ ਹੈਗੀ ਹੈ, ਪਹੁੰਚ ਬਹੁਤ ਹੈ। he is very influential। so sometimes we become scared of such kind of people ਜਿਹੜੇ ਕਿ ਕੀ ਹੈਗੇ, ਜਿਹੜੇ ਕਿ
ਮਾਈਟੀ ਹੈ, ਰਿਚ ਵੀ ਹੈ, ਅਮੀਰ ਵੀ ਹੈ ਅਤੇ ਤਾਕਤਵਰ ਵੀ ਹੈ। ਸੋ ਫਿਰ ਅਸੀਂ ਕੀ ਕਰਦੇ ਹਾਂ, ਡਰ ਦੇ ਮਾਰੇ ਉਹਨਾਂ ਦੇ ਅੱਗੇ ਉਹਨਾਂ ਦੀਆਂ ਗਲਤ ਗੱਲਾਂ 'ਤੇ ਵੀ ਹਾਮੀ ਭਰ ਦਿੰਦੇ ਹਾਂ, ਐਂਡ ਵੀ ਨੈਵਰ ਰੇਜ਼ ਆਵਰ ਵੋਇਸਿਸ ਅਗੇਂਸਟ the wrong things that they might be doing। ਸੋ ਪਰ ਉਹ ਕੀ ਕਹਿੰਦਾ ਕਿ ਜਿਹੜੇ ਲੋਕਾਂ ਦੇ ਵਿੱਚ ਮੈਨਰਸ ਦੀ ਕਮੀ ਹੈ, ਤਮੀਜ਼ ਦੀ ਕਮੀ ਹੈ, ਪਰ ਜਿਹੜੇ ਬਹੁਤ ਅਮੀਰ ਹੈਗੇ ਹੈ, ਕਾਸ਼ ਰੱਬ ਨੂੰ ਕੀ ਚਾਹੁੰਦੇ ਹੈ ਕਿ ਮੈਨੂੰ ਇੰਨੀ ਕੁ ਤਾਕਤ ਦਿਓ ਕਿ ਮੈਂ ਉਹਨਾਂ ਦੇ ਅੱਗੇ ਕਦੀ ਵੀ ਘੁਟਨੇ ਨਾ ਟੇਕਾਂ, ਕਦੀ ਵੀ ਗੋਡੇ ਨਾ ਟੇਕਾਂ। ਸੋ ਦੇਖੋ ਇਹਨੂੰ। ਸੋ ਆਈ ਹੋਪ ਇਟ ਇਜ਼ ਕਲੀਅਰ ਨਾਓ। ਨੈਕਸਟ ਦੇਖੋ ਹੁਣ ਆਪਾਂ 4 ਕਰ ਲਏ ਕੁਐਸਚਨਸ ਐਂਡ ਆਈ ਹੋਪ ਦੇ ਆਰ ਕਲੀਅਰ। ਨੈਕਸਟ ਦੇਖੋ ਹੁਣ। ਨੈਕਸਟ ਹੈਗਾ ਕੁਐਸਚਨ ਨੰਬਰ 5। ਦ ਪੋਇਟ ਵਿਸ਼ਿਜ਼ ਟੂ ਰੇਜ਼ ਹਿਜ਼ ਮਾਈਂਡ ਅਬਵ ਡੇਲੀ ਟਰਾਈਫਲਸ। what according to you could be daily trifles? ਸੋ ਪਹਿਲਾਂ ਤਾਂ ਟਰਾਈਫਲਸ ਦਾ ਮੀਨਿੰਗ ਛੋਟੀਆਂ ਚੀਜ਼ਾਂ, ਛੋਟੀਆਂ ਮੋਟੀਆਂ ਚੀਜ਼ਾਂ, ਡੇਲੀ ਟਰਾਈਫਲਸ। ਫਿਰ ਡੇਲੀ ਟਰਾਈਫਲਸ ਕਿਹੜੇ ਹੁੰਦੇ ਹੈ? ਸੋ like the problems, small problems related to your work, related to your studies maybe, or related to your family। ਜਿਹੜੇ ਛੋਟੀਆਂ ਮੋਟੀਆਂ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਇਰੀਟੇਟ ਕਰਦੀਆਂ, these are the daily trifles। so when we become irritated with these things, then we spend our energy on these useless things। ਪਰ ਉਹ ਕੀ ਚਾਹੁੰਦੇ ਇਹਨਾਂ ਤੋਂ ਉੱਪਰ ਉੱਠਣਾ ਚਾਹੁੰਦੇ। ਦੇਖੋ, to raise his mind above daily trifles। raise ਦਾ ਮਤਲਬ ਹੀ ਕੀ ਹੁੰਦਾ? ਉਠਾਣਾ। ਸੋ ਕੀ ਚਾਹੁੰਦੇ ਹੋ ਕਿ ਇਹਨਾਂ ਛੋਟੀਆਂ ਮੋਟੀਆਂ ਗੱਲਾਂ 'ਤੇ ਮੈਂ ਨਾਰਾਜ਼ ਨਾ ਹੋਵਾਂ। ਸੋ these are the daily trifles। so he wants to raise his mind above, ਇਹਨਾਂ ਤੋਂ ਉੱਪਰ ਉੱਠਣਾ ਚਾਹੁੰਦਾ। ਨੈਕਸਟ ਦੇਖੋ, what kind of strength do you think the poet is praying for? ਸੋ ਕਿਸ ਤਰ੍ਹਾਂ ਦੀ ਉਹ ਜਿਹੜੇ ਪੋਇਟ ਹੈਗੇ ਉਹ ਕਿਸ ਤਰ੍ਹਾਂ ਦੀ ਸਟਰੈਂਥ ਚਾਹੁੰਦੇ ਹੈਗੇ, ਜਿਹਨੂੰ ਆਪਾਂ ਕਹਿੰਦੇ ਹਾਂ ਸਪਿਰਿਚੁਅਲ ਸਟਰੈਂਥ, ਆਤਮਿਕ ਬਲ, ਇਹ ਚਾਹੁੰਦੇ ਹੋ। ਦੇਖੋ, ਸੋ ਹਾਊ ਡਜ਼ ਹੀ ਵਿਸ਼ ਟੂ ਯੂਜ਼ ਇਟ, ਮਤਲਬ ਉਹਨੂੰ ਫਿਰ ਇਸਤੇਮਾਲ ਉਹ ਕਿੱਦਾਂ ਕਰਨਾ ਚਾਹੁੰਦੇ ਹੈ। ਦੇਖੋ ਇਹਦੇ ਵਿੱਚ ਸਾਰੀ ਪੋਇਮ ਦਾ ਹੀ ਦੇਖੋ, ਹਾਊ ਡਜ਼ ਹੀ ਵਾਂਟ ਟੂ ਯੂਜ਼ ਦ ਸਟਰੈਂਥ। ਸੋ ਕਿੱਦਾਂ ਦੀ ਸਟਰੈਂਥ? ਕਿ ਇੱਕ ਤਾਂ he should have the strength to bear his joys and sorrows lightly। ਕਿ ਇੱਦਾਂ ਦੀ ਸਟਰੈਂਥ ਹੋਵੇ ਜਿਹਦੇ ਨਾਲ ਕਿ ਉਹ ਆਪਣੀਆਂ ਖੁਸ਼ੀਆਂ ਅਤੇ ਦੁੱਖ ਇੱਕੋ ਜਿਹੇ ਰਹਿਣ, ਖੁਸ਼ੀਆਂ ਅਤੇ ਦੁੱਖਾਂ ਦੇ ਵਿੱਚ। ਸੋ ਇਹਦੀ ਸਾਰੀ ਪੋਇਮ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਵੈਨ if such kind of question comes in the question paper। ਦੇਖੋ ਇਹਨੂੰ ਹੁਣ ਸਭ ਦੀਆਂ ਥੋੜ੍ਹਾ ਥੋੜ੍ਹਾ ਤੁਸੀਂ ਦਓਗੇ। ਗਿਵ ਮੀ ਦ ਸਟਰੈਂਥ ਟੂ ਮੇਕ ਮਾਈ ਲਵ ਫਰੂਟਫੁਲ ਇਨ ਸਰਵਿਸ। ਕਿਸ ਤਰ੍ਹਾਂ ਦੀ ਉਹ ਸਟਰੈਂਥ ਚਾਹੁੰਦੇ ਹੈ ਕਿ ਆਪਣਾ ਜਿਹੜਾ ਪਿਆਰ ਹੈ ਉਹਨਾਂ ਦਾ ਕਿਸੇ ਵਾਸਤੇ ਵੀ, ਫॉर एग्जाम्पल फॉर द फैमिली, फॉर द कम्युनिटी, फॉर द सोसाइटी, ही शुड बी एबल टू मेक इट फ्रूटफुल। और दूसरी फिर अगे होर किदां दी स्ट्रेंथ चाहते हैं? हाउ डज ही वॉन्ट टू यूज़ हिज स्ट्रेंथ कि कभी भी गरीबों तो मूँह ना मोड़, नैवर टू डिसओन द पुअर। एंड देन he wants such kind of strength so that he is able to raise his mind above daily trifles। कि छोटिया मोटिया गल्लां तो खिजना मैं बंद कर सका। and give me the strength to surrender my strength to thy will with love। और next विचों लास्ट विचों की कहते कि I want that kind of strength that I should be able to submit before the will of God। कि रब ਦੀ ਜੋ ਵੀ ਮਰਜ਼ੀ ਹੈ ਉਹਨੂੰ ਮੈਂ ਖਿੜੇ ਮੱਥੇ ਮੰਨ ਸਕਾਂ, ਇਹਦੇ ਵਾਸਤੇ ਮੈਨੂੰ ਤਾਕਤ ਦਿਓ। ਸੋ ਇਹ ਤੁਹਾਨੂੰ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ that this is the most difficult thing that one can attempt to do। it is very difficult to surrender before the will of the God, before the will of the Almighty। ਕਿ ਰੱਬ ਦੀ ਮਰਜ਼ੀ ਦੇ ਵਿੱਚ, ਰੱਬ ਦੀ ਰਜ਼ਾ ਵਿੱਚ ਰਹਿਣਾ, ਇਹ this is easier said than done। ਇਹ ਕਹਿਣਾ ਆਸਾਨ ਹੈ ਕਿ ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ, ਬਟ ਇਟ ਇਜ਼ ਵੈਰੀ ਡਿਫਿਕਲਟ ਟੂ ਡੂ ਸੋ। ਸੋ ਇੱਦਾਂ ਦੀ ਤਾਕਤ ਉਹ ਚਾਹੁੰਦੇ ਹੈ ਕਿ ਉਹ ਰੱਬ ਦੀ ਰਜ਼ਾ ਦੇ ਵਿੱਚ ਰਹਿਣ। ਸੋ ਨੈਕਸਟ ਦੇਖੋ ਹੁਣ। ਨੈਕਸਟ ਇਜ਼
describe how the poet wishes to use his strength for self improvement and for the improvement of others. So ਕਿੱਦਾਂ ਦੀ ਉਹ ਚਾਹੁੰਦੇ ਆ ਕਿ ਮੈਂ ਆਪਣੀ ਇੰਪਰੂਵਮੈਂਟ ਕਰ ਸਕਾਂ. ਇੰਪਰੂਵਮੈਂਟ ਮੀਨਸ ਆਪਣੇ ਆਪ ਨੂੰ ਹੋਰ ਵਧੀਆ ਬਣਾ ਸਕਾਂ. ਸੋ ਇੱਕ ਤਾਂ ਉਹ ਕੀ ਚਾਹੁੰਦੇ ਆ, ਹਾਊ ਡਜ਼ ਹੀ ਵਿਸ਼ ਟੂ ਇੰਪਰੂਵ ਹਿਮਸੈਲਫ ਬਾਏ ਰਿਮੂਵਿੰਗ spiritual poverty from his heart. ਇੱਕ ਤਾਂ ਇਹ ਚਾਹੁੰਦੇ ਆ. ਹੋਰ ਉਹ ਕੀ ਚਾਹੁੰਦੇ ਆ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਵਧੀਆ ਬਣਾਉਣਾ, ਹੋਰ ਇੰਪਰੂਵ ਕਰਨਾ, ਕਿ he should have the ability to bear, to tolerate joys and sorrows in a balanced manner. ਕਿ ਮੈਂ ਆਪਣੀ ਖੁਸ਼ੀਆਂ ਤੇ ਗਮਾਂ ਨੂੰ ਮੈਂ ਸਹਿ ਸਕਾਂ. ਔਰ ਹੋਰ ਕੀ ਚਾਹੁੰਦੇ, ਕਿੱਦਾਂ ਆਪਣੇ ਆਪ ਨੂੰ ਹੋਰ ਇੰਪਰੂਵ ਕਰਨਾ ਚਾਹੁੰਦੇ, ਟੂ he should be able to serve others with love. और फिर होर किदां दा, he wants to become such a person who never turns his face away from the poor people, and who he wants to become such a person who does not bend his who does not submit to the wishes of the mighty and the rich people. And then he wants that kind of strength which would make him raise his mind above the daily trifles, rozmara diyan problems khijanna. And then he also wants that kind of strength where he is able to surrender his strength to thy will. thy da matlab ki your will, matlab wo rab nu address kar rahe hai na. So ਉਹ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੁੰਦੇ ਹੈ, ਇੰਨੀ ਕੁ ਤਾਕਤ ਉਹ ਮੰਗਦੇ ਹੈ. ਸੋ ਨਾਓ ਆਈ ਮੇਕ ਐਨ ਐਂਡ ਹੀਅਰ, ਐਂਡ ਆਈ ਹੋਪ this is clear to you.